ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਚੌਥਾ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੁ ਨਾ ਹੋਵੈ, ਜਿਉ ਹਰਿ ਭਾਵੈ ਤਿਉ ਰਖੀਐ। ਕੀਤਾ ਕਰਨਾ ਸਰਬ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੇ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਕੀਤਾ ਕਰਨਾ ਸਰਬ ਰਜਾਈ। ਇਹ ਭਾਈ, ਜੋ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਸੰਸਾਰ ਹੈ, ਇਹਨੇ ਜਿੰਨਾ ਵੀ ਕਰਤੱਵ ਕਰਨਾ ਹੈ ਜਾਂ ਜੋ ਕੁਝ ਕੀਤਾ ਹੋਇਆ ਹੈ ਔਰ ਜੋ ਅੱਗੇ ਨੂੰ ਕਰਨਾ ਹੈ, ਉਹ ਸਾਰਾ ਕੁਝ ਪਰਮੇਸ਼ਰ ਦੀ ਰਜਾ ਦੇ ਵਿੱਚ ਹੀ ਹੈ। ਕਿਸਾ ਕੀਚੈ ਜੇ ਕਰ ਸਕੀਐ। ਆਪਣੇ ਵੱਲੋਂ ਤਾਂ ਹੀ ਕੁਝ ਕਰੀਏ ਜੇਕਰ ਕੁਝ ਕਰ ਸਕੀਦਾ ਹੋਵੇ। ਭਾਵ ਕਿਸੇ ਦੀ ਆਪਣੇ ਆਪ ਕੁਝ ਵੀ ਕਰਨ ਦੀ ਸਮਰੱਥਾ ਨਹੀਂ ਹੁੰਦੀ ਹੈ। ਜੋ ਕਰਨ ਕਰਾਉਣ ਵਾਲਾ ਹੈ ਉਹ ਖੁਦ ਬਖੁਦ ਆਪ ਪਰਮਾਤਮਾ ਹੈ। ਕਰਨ ਕਰਾਵਣ ਕਰਨੈ ਹਾਰ, ਇਸਕੈ ਹਾਥ ਨਾਹੀ ਵਿਚਾਰ। ਸੋ ਇਹ ਜਿਹੜਾ ਹੈ ਤੁਛ ਜੀਵ ਹੈ, ਇਹਦੇ ਅਧੀਨ ਕੁਛ ਵੀ ਨਹੀਂ ਹੈ। ਆਪਣਾ ਕੀਤਾ ਕਿਛੁ ਨਾ ਹੋਵੈ। ਆਪਣਾ ਕੀਤਾ ਹੋਇਆ ਕੁਝ ਵੀ ਨਹੀਂ ਹੋ ਸਕਦਾ। ਜਿਉ ਹਰਿ ਭਾਵੈ ਤਿਉ ਰਖੀਐ। ਇਹ ਹਰੀ ਪਰਮੇਸ਼ਰ ਜਿਵੇਂ ਤੈਨੂੰ ਭਾਉਂਦਾ ਤਿਵੇਂ ਸਾਨੂੰ ਰੱਖ ਲੈਣਾ ਕਰ। ਰੱਖੋ ਕਿਰਪਾ ਧਾਰ, ਤੇਰੀ ਸਰਣ ਤੇਰੇ ਦਰਬਾਰ। ਮੇਰੇ ਹਰਿ ਜੀਓ। ਇਹ ਮੇਰੇ ਪਰਮੇਸ਼ਰ ਜੀਓ। ਸਭ ਕੋ ਤੇਰਾ ਵਾਸਾ। ਸਭ ਕੋਈ ਤੇਰੇ ਹੀ ਅਧੀਨ ਹੈ। ਅਸਾਂ ਜੋਰਾ ਨਾਹੀ। ਸਾਡੇ ਜੀਵਾਂ ਵਿੱਚ ਤਾਂ ਕੋਈ ਵੀ ਬਲ ਨਹੀਂ ਹੈ। ਜੇ ਕਿਛ ਕਰ ਹਮ ਸਕਹਿ। ਜਿਸ ਕਰਕੇ ਅਸੀਂ ਕੁਝ ਕਰ ਸਕੀਏ। ਜਿਉ ਪਾਵੈ। ਜਿਵੇਂ ਮਹਾਰਾਜ ਤੈਨੂੰ ਭਾਉਂਦਾ ਹੈ ਤਿਵੈ ਬਖਸ਼। ਤਿਵੇਂ
ਸਾਨੂੰ ਤੂੰ ਊਂ ਹੀ ਬਖਸ਼ ਲੈ। ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨ ਬਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ। ਹਉ ਪਾਪੀ ਵੱਡ ਗੁਣੇਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਲਿਖੇ ਕਦੇ ਨ ਛੂਟੀਐ ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੀ ਉਤਾਰ। ਜਿੰਨੇ ਸਾਡੇ ਵਿੱਚ ਗੁਨਾਹ ਨੇ, ਜਿੰਨੇ ਸਾਡੇ ਵਿੱਚ ਔਗਣ ਨੇ, ਪੈਰ ਪੈਰ 'ਤੇ ਗਲਤੀਆਂ ਕਰਦੇ ਹਾਂ। ਜੇ ਲੇਖਾ ਕਰਨ ਲੱਗ ਪਿਆ ਅਸੀਂ ਤਾਂ ਜਿੰਨੇ ਚਿਰ ਤੱਕ ਸੰਸਾਰ ਹੈ ਉਨੇ ਚਿਰ ਤੱਕ ਛੁੱਟ ਹੀ ਨਹੀਂ ਸਕਦੇ। ਜਮਨ ਮਨ ਦੇ ਗੇੜੇ ਵਿੱਚ ਪਏ ਰਹਾਂਗੇ। ਉਹੀ ਮਹਾਰਾਜ ਬਿਨਾਂ ਲੇਖੇ ਤੋਂ ਹੀ ਕਿਰਪਾ ਕਰਕੇ ਸਾਨੂੰ ਬਖਸ਼ ਲੈ ਅਤੇ ਸਾਨੂੰ ਪਾਰ ਉਤਾਰ ਦੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਜਿਉਂ ਭਾਵ ਹੈ ਤਿਉਂ ਰਾਖ ਹਰ ਪ੍ਰਭ ਤੇਰੇ ਆ। ਕੇਤੇ ਗਨੁ ਅਸੰਖ ਅਵਗਣ ਮੇਰੇ ਆ। ਅਸੰਖ ਅਵਗਣ ਖਤੇ ਫੇਰੇ ਨਿਤ ਬ੍ਰਤ ਸਦ ਭੂਲੀਐ। ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ। ਲੋਕ ਕਰਤ ਬੇਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਤਾਰੋ ਕਾਢ ਭਵ ਜਲ ਫੇਰਿਆ। ਜਿਵੇਂ ਤੈਨੂੰ ਮਾਉਂਦਾ ਮਹਾਰਾਜ ਤਿਵੇਂ ਕਿਰਪਾ ਕਰਕੇ ਸਾਨੂੰ ਬਖਸ਼ ਲੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸਭ ਜੀਓ ਪਿੰਡ ਦੀਆਂ ਤੁਧ ਆਪੇ। ਇਹ ਪਰਮੇਸ਼ਰ ਤੂੰ ਆਪ ਹੀ ਸਾਰੇ ਜੀਵਾਂ ਨੂੰ ਇਹ ਜੀਵ ਆਤਮਾ ਤੇ ਪਿੰਡ ਸਰੀਰ ਆਦਿ ਦਿੱਤਾ ਹੋਇਆ ਹੈ। ਤੁਧ ਆਪੇ ਕਾਰ ਲਾਇਆ। ਹਰ ਤੂੰ ਆਪ ਹੀ ਸਾਰਿਆਂ ਦੀ ਵਾਸ਼ਨਾ ਅਨੁਸਾਰ ਉਹਨਾਂ ਨੂੰ ਕੰਮਕਾਰ ਦੇ ਵਿੱਚ ਲਾਇਆ ਹੋਇਆ ਹੈ। ਆਪਾਂ ਵਿਹਲੇ ਬੈਠੇ ਹਾਂ, ਕੋਈ ਵੀ ਸਾਨੂੰ ਪੁੱਛੇ ਆਪਾਂ ਕਹਾਂਗੇ ਨਹੀਂ ਨਹੀਂ ਸਾਡੇ ਕੋਲ ਟਾਈਮ ਨਹੀਂ ਹੈ, ਆਪਾਂ ਤਾਂ ਬਹੁਤ ਬਿਜ਼ੀ ਹਾਂ। ਆਹ ਨਿੱਕੀ ਜਿਹੀ ਕੀੜੀ ਨੂੰ ਵੀ ਤੁਸੀਂ ਵੇਖ ਲਓ, ਇਹ ਪਤਾ ਨਹੀਂ ਕਿਹੜੇ ਕੰਮ 'ਚ ਪਈ ਹੋਈ ਹੈ। ਉਹਨੀ ਆਪਣੀ 10 ਗੁਣਾ ਵੱਧ ਉਹਨੇ ਭਾਰ ਧੋਇਆ ਹੋਊਗਾ, ਪਤਾ ਨਹੀਂ ਕਿੱਥੋਂ ਤੁਰੀ ਕਿੱਥੇ ਪਹੁੰਚਣਾ। ਕਹਿਣ ਦਾ ਭਾਵ ਹੈ ਵੀ ਆਹ ਚਿੜੀਆਂ ਵੀ ਕਾਂ ਵੀ ਕੋਈ ਜੀਵ ਮਹਾਰਾਜ ਨੇ ਵਿਹਲਾ ਨਹੀਂ ਛੱਡਿਆ। ਇਸ ਵਾਸਤੇ ਸਾਰਿਆਂ ਨੂੰ ਧੰਦਿਆਂ ਦੇ ਵਿੱਚ ਬੰਨਿਆ ਹੋਇਆ। ਬਾਕੀ ਸੰਕਲਪਾਂ ਵਿਕਲਪਾਂ ਦੇ ਤਾਂ ਸਾਰੇ ਬੱਝੇ ਹੋਏ ਹਨ ਹੀ। ਜੇ ਆਪਾਂ ਕੁਝ ਨਹੀਂ ਕਰ ਰਹੇ ਤਾਂ ਆਪਾਂ ਸੋਚ ਰਹੇ ਹਾਂ ਵੀ 8 ਵੱਜਣਗੇ ਅਤੇ ਆਪਾਂ ਕੰਮ ਕਰਾਂਗੇ। ਸਾਡਾ ਮਨ ਇੱਥੇ ਬੈਠੇ ਹੋਇਆ ਵੀ ਕੰਮਾਂ ਦੇ ਨਾਲ ਬੱਝਾ ਹੋਇਆ ਹੈ। ਇਹ ਪਰਮਾਤਮਾ ਦੀ ਕੁਦਰਤ ਹੈ। ਪਤਾ ਵੀ ਆ ਵੀ ਮਰ ਜਾਣਾ, ਬਣਨਾ ਮੁੰਨਾ ਕੱਖ ਹੈ ਨਹੀਂ, ਇਸ ਤਰ੍ਹਾਂ ਹੀ ਰੋਂਦਿਆਂ ਗਲਾਉਂਦਿਆਂ ਜ਼ਿੰਦਗੀ ਲੰਘ ਜਾਣੀ ਆ। ਪਰ ਫਿਰ ਵੀ ਬੰਦਾ 100 ਕੰਮ ਕਰਦਾ ਪਰ ਨਾਮ ਨਹੀਂ ਜਪਦਾ, ਮਾਲਾ ਨਹੀਂ ਫੇਰਦਾ, ਬਾਣੀ ਪੜ੍ਹਦਾ ਵੀ ਸੋਚੀ ਜਾਊਗਾ ਵੀ ਉੱਠ ਕੇ ਕਿੱਧਰ ਨੂੰ ਜਾਣਾ ਹੈ। ਵੀ ਬੰਦਾ ਪੁੱਛੇ ਵੀ ਜਿਹੜਾ ਕੰਮ ਕਰ ਰਿਹਾ ਉਹ ਤਾਂ ਕਰ ਲਾ, ਅੱਗੇ ਬਾਰੇ ਜ਼ਿਆਦਾ ਚਿੰਤਾ ਹੈ। ਸੋ ਜਿਹੜੇ ਗੁਰਮੁਖ ਨੇ, ਭਾਈ ਗੁਰਦਾਸ ਸਾਹਿਬ ਜੀ ਦਾ ਫਰਮਾਨ ਹੈ ਕਿ ਉਹ ਪਿਛਲੇ ਬਤੀਤ ਹੋਏ ਸਮੇਂ ਬਾਰੇ ਬਹੁਤਾ ਜ਼ਿਆਦਾ ਨਹੀਂ ਸੋਚਦੇ, ਆਉਣ ਵਾਲੇ ਦੀ ਚਿੰਤਾ ਨਹੀਂ ਰੱਖਦੇ, ਪ੍ਰਭੂ ਦੇ ਭਾਣੇ 'ਚ ਪ੍ਰਸੰਨ ਰਹਿੰਦੇ ਨੇ ਕਿ ਜੋ ਕੁਛ ਹੋਇਆ ਸੋ ਭਾਣੇ ਵਿੱਚ ਹੋਇਆ ਹੈ ਅਤੇ ਜੋ ਕੁਝ ਹੋਏਗਾ ਉਹ ਵੀ ਮਹਾਰਾਜ ਦੇ ਹੁਕਮ 'ਚ ਹੋਏਗਾ। ਜੋ ਸਾਡਾ ਫਰਜ਼ ਹੈ ਇਸ ਵਕਤ ਜੋ ਅਸੀਂ ਕਰ ਰਹੇ ਹਾਂ ਉਹਨੂੰ ਮਨ ਟਿਕਾ ਕੇ ਕਰੀਏ। ਭਾਈ ਸਾਹਿਬ ਦਾ ਬਚਨ ਹੈ
ਕਿ ਜਿਹੜੇ ਗੁਰਮੁਖ ਨੇ ਉਹ ਵਰਤਮਾਨ ਵਿੱਚ ਵਰਤਦਾ ਹੋਵਣ ਹਰ ਸੋਈ ਪਰਵਾਣਾ। ਜੋ ਵਰਤਮਾਨ ਸਮਾਂ ਚੱਲ ਰਿਹਾ ਹੈ ਉਹਦੇ ਨਾਲ ਮਨ ਟਿਕਾ ਕੇ ਤੁਰਿਆ ਜਾਂਦਾ ਹੈ। ਜੋ ਕੁਛ ਹੋਏਗਾ ਉਹਨੂੰ ਪ੍ਰਮਾਣ ਮੰਨਦਾ ਹੈ। ਸੋ ਇੰਝ ਇਹ ਵਾਹਿਗੁਰੂ ਤੂੰ ਸਾਰੇ ਜੀਆਂ ਜਨਤਾ ਨੂੰ ਆਪ ਹੀ ਖੁਦ ਕੰਮ ਦੇ ਵਿੱਚ ਲਾਇਆ ਹੋਇਆ ਹੈ। ਇਹ ਗੱਲ ਵੈਸੇ ਕੋਈ ਮਾੜੀ ਨਹੀਂ, ਕੰਮ ਕਰਨਾ ਚੰਗੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਵਿਹਲੇ ਨਹੀਂ ਬੈਠੇ। ਪਹਿਲਾਂ ਉਹਨਾਂ ਸਾਰੀ ਦੁਨੀਆ ਦਾ ਚੱਕਰ ਲਾ ਕੇ ਸਭ ਤੋਂ ਜ਼ਰੂਰੀ ਕੰਮ ਜੋ ਪਰਮਾਤਮਾ ਨੇ ਸੌਂਪਿਆ ਸੀ ਦੁਨੀਆ ਨੂੰ ਉਤਾਰਨ ਦਾ ਕੰਮ ਕੀਤਾ। ਜਦ ਵੇਈ ਦੁਆਰਾ ਪ੍ਰਵੇਸ਼ ਹੋ ਕੇ ਸੱਚਖੰਡ ਗਏ ਤਾਂ ਮਹਾਰਾਜ ਨੇ ਵੀ ਪੁੱਛਿਆ ਸੀ ਵੀ ਹੇ ਸ੍ਰੀ ਗੁਰੂ ਨਾਨਕ ਦੇਵ ਜੀ, ਤੈਨੂੰ ਜਿਸ ਕੰਮ ਲਈ ਭੇਜਿਆ ਸੀ ਕਿ ਤੂੰ ਉਹ ਕੰਮ ਕਰ ਆਇਆ ਹੈ? ਮਹਾਰਾਜ ਕਹਿੰਦੇ ਨਹੀਂ। ਮਤਲਬ ਪਰਮਾਤਮਾ ਵੀ ਚਾਹੁੰਦਾ ਹੈ ਕਿ ਬੰਦਾ ਕੰਮ ਕਰੇ। ਕਹਿੰਦੇ ਭੇਜਿਆ ਤਾਂ ਕੰਮ ਕਰਨ ਲਈ ਸੀ ਤੇ ਤੂੰ ਕਰਕੇ ਕਿਉਂ ਨਹੀਂ ਆਇਆ? ਕਹਿੰਦੇ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਸੰਸਾਰ ਦੀ ਮਰਜ਼ਾਦਾ ਹੈ ਕਿ ਜਿਤਨਾ ਚਿਰ ਕੋਈ ਆਪ ਗੁਰੂ ਵਾਲਾ ਨਾ ਹੋਵੇ ਉਹਨਾਂ ਚਿਰ ਦੂਜੇ ਨੂੰ ਉਪਦੇਸ਼ ਨਹੀਂ ਦੇ ਸਕਦਾ। ਸੋ ਆਹ ਮੇਰੇ ਗੁਰੂ ਬਣ ਕੇ ਜੋ ਉਪਦੇਸ਼ ਮੈਨੂੰ ਸਰਵਣ ਕਰਵਾਓਗੇ ਉਹੀ ਮੈਂ ਅੱਗੇ ਸੰਸਾਰ ਦੇ ਭਲੇ ਵਾਸਤੇ ਸਰਵਣ ਕਰਵਾਵਾਂਗਾ। ਕਹਿੰਦੇ ਲੈ ਬਈ ਸੁਣ ਪਿਆਰ ਦੇ ਨਾਲ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਸਲ 'ਚ ਵਾਹਿਗੁਰੂ ਅਕਾਲ ਪੁਰਖ ਨੇ ਇੱਥੋਂ ਤੱਕ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਹਾ ਮੰਤਰ ਬਖਸ਼ਿਸ਼ ਕੀਤਾ ਹੈ। ਅੱਗੇ ਜਿਹੜਾ ਜਾਪ ਹੈ ਉਹ ਬਾਬੇ ਨਾਨਕ ਨੇ ਉਚਾਰਿਆ ਹੈ। ਇੱਥੋਂ ਤੱਕ ਮਹਾ ਮੰਤਰ ਬਖਸ਼ਿਸ਼ ਕਰਕੇ ਆਪਾਂ ਮਹਾ ਮੰਤਰ ਕਹਿੰਦੇ ਹਾਂ, ਕਈ ਗੁਰਮੁਖ ਮੂਲ ਮੰਤਰ ਕਹਿੰਦੇ ਨੇ, ਗੱਲ ਤਾਂ ਇੱਕੋ ਹੀ ਆ। ਵਾਹਿਗੁਰੂ ਜੀ ਨੇ ਬਖਸ਼ਿਆ ਗੁਰਪ੍ਰਸਾਦ ਤੱਕ ਹੀ ਹੈ। ਤੇ ਪਰ ਅੱਗੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਵੀ ਜਪ ਵੀ ਉਚਾਰਨਾ ਹੈ। ਇਹ ਨਾਲ ਮਿਲਾ ਕੇ ਜਿਹਨੂੰ ਤੁਸੀਂ ਸ਼ਲੋਕ ਕਹਿੰਦੇ ਹੋ ਜਾਂ ਪਾਠ ਸੱਚ, ਇਹ ਵੀ ਨਾਲ ਮਿਲਾ ਕੇ ਜਦ ਜਪਣਾ ਹੈ, ਸਿਮਰਨ ਕਰਨਾ ਤੇ ਨਾਨਕ ਹੋਸੀ ਵੀ ਸੱਚ ਤਾਂ ਕਰਨਾ। ਸੋ ਜਿਹੜਾ ਤਾਂ ਆਪਦੀ ਮਰਜ਼ੀ ਕਰਨੀ ਚਾਹੁੰਦਾ ਸੋ ਤਾਂ ਗੁਰਪ੍ਰਸਾਦ ਤੱਕ ਹੀ ਜਪੇ, ਉਹਦਾ ਵੀ ਫਲ ਬੇਅੰਤ ਹੈ। ਪਰ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਦਾ ਹੈ ਤਾਂ ਮਹਾਰਾਜ ਦੇ ਹੁਕਮ ਮੁਤਾਬਕ ਨਾਲ ਜਪ ਵੀ ਉਚਾਰਨਾ ਹੈ। ਨਾਨਕ ਹੋਸੀ ਵੀ ਸੱਚ ਤੱਕ ਮਿਲਾ ਕੇ ਜਾਪ ਜਪਣਾ ਹੈ। ਆਖਿਆ ਕਿ ਹੇ ਸ੍ਰੀ ਗੁਰੂ ਨਾਨਕ ਦੇਵ ਤੂੰ ਮੇਰੀ ਉਸਤਤੀ ਕਰ। ਤਾਂ ਫਿਰ ਮਹਾਰਾਜ ਨੇ ਜਾਪ ਉਚਾਰਿਆ। ਪਹਿਲਾ ਸ਼ਲੋਕ ਹੈ ਨਾਨਕ ਹੋਸੀ ਵੀ ਸੱਚ ਤੱਕ, ਜਿਸ ਤੱਕ ਮੂਲ ਮੰਤਰ ਹੈ। ਉਹ ਤੋਂ ਅੱਗੇ ਸੋਚਾ ਸੋਚ ਨਾ ਹੋਵਈ ਤੋਂ ਲੈ ਕੇ ਖੇਤੀ ਛੁੱਟੀ ਨਾਲ ਤੱਕ ਪਹਿਲੀ ਵਾਰ ਸ੍ਰੀ ਜਪਜੀ ਸਾਹਿਬ ਸੱਚਖੰਡ ਵਿੱਚ ਉਚਾਰਿਆ। ਦੂਜੀ ਵਾਰ ਸੁਮੇਰ ਪਰਬਤ 'ਤੇ ਸਿੱਧਾਂ ਨਾਲ ਚਰਚਾ ਕਰਦਿਆਂ ਉਚਾਰਿਆ। ਤੀਜੀ ਵਾਰ ਕਰਤਾਰਪੁਰ ਸਾਹਿਬ ਜਦ ਪਾਵਨ ਸ੍ਰੀ ਲਹਿਣਾ ਜੀ ਨੂੰ ਸਿੱਧਾਂ ਨੇ ਪੁੱਛਿਆ ਕਿ ਤੁਹਾਡਾ ਮਾਲਾ ਮੰਤਰ ਕਿਹੜਾ ਹੈ, ਤਾਂ ਉਹਨਾਂ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਤਾਂ ਸੱਚੇ ਪਾਤਸ਼ਾਹ ਤੀਜੀ ਵਾਰ ਜਪਜੀ ਸਾਹਿਬ ਕਰਤਾਰਪੁਰ ਉਚਾਰਿਆ ਹੈ। ਤੋ ਇੰਝ ਵਾਹਿਗੁਰੂ ਜੀ ਨੇ ਵੀ ਗੁਰੂ ਜੀ ਨੂੰ ਕਾਰ ਸੇਵਾ ਵਿੱਚ ਲਾਇਆ, ਭਲੇ ਦੀ ਕਾਰ ਵਿੱਚ। ਮਹਾਰਾਜ ਨੇ ਸਾਰੀ ਉਮਰ ਪ੍ਰਚਾਰ ਕੀਤਾ, ਸਭ ਤੋਂ ਜ਼ਰੂਰੀ ਕੰਮ ਕੀਤਾ। ਪਿਛਲੀ ਉਮਰ ਦੇ ਵਿੱਚ ਕਰਤਾਰਪੁਰ ਸਾਹਿਬ ਵਿਖੇ ਪੈਲੀਆਂ ਵਿੱਚ ਖੇਤੀ ਕਰਾ ਕੇ ਪ੍ਰਤੱਖ ਗੁਰਸਿੱਖਾਂ ਨੂੰ ਕਿਰਤ ਕਰਨ ਦਾ ਹੁਕਮ ਕੀਤਾ। ਨਾਮ ਜਪ ਕੇ ਵੰਡ ਛਕਣ ਦੀ ਆਗਿਆ ਕੀਤੀ। ਔਰ ਉਸ ਤੋਂ ਬਾਅਦ ਗੁਰਸਿੱਖਾਂ ਦੇ ਬਖਸ਼ਿਸ਼ਾਂ ਕਰਕੇ
ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਭ ਤੋਂ ਵੱਡੀ ਕਾਰ ਸੇਵਾ ਆਪ ਨਾਮ ਜਪਣਾ ਤੇ ਦੂਜਿਆਂ ਤੋਂ ਜਪਾਉਣ ਦੀ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ। ਕਾਰ ਸੇਵਾ ਵਾਲੇ ਮਹਾਂਪੁਰਖ ਅੰਮ੍ਰਿਤ ਵੇਲੇ ਸਭਨਾਂ ਨੂੰ 4 ਵਜੇ ਉਠਾ ਕੇ ਨਾਮ ਘਰ ਦੇ ਵਿੱਚ ਬਿਠਾ ਦਿੰਦੇ ਨੇ। ਭਾਵੇਂ ਕੋਈ ਖੜੇ ਹੋ ਕੇ ਜਪੇ, ਭਾਵੇਂ ਪਰਿਕਰਮਾ ਕਰਦਿਆਂ ਜਪੇ, ਤੇ ਭਾਵੇਂ ਬੈਠ ਕੇ ਜਪੇ। 2-2.5 ਘੰਟੇ 6 ਵਜੇ ਤੱਕ ਉਹਨਾਂ ਨੇ ਸਭਨਾਂ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਜਪਾਉਣਾ ਹੈ। ਭਾਵੇਂ ਕੋਈ ਵੀ ਵੱਡੇ ਤੋਂ ਵੱਡਾ ਕੋਈ ਜਥੇਦਾਰ ਹੈ, ਕੁਛ ਵੀ ਹੈ, ਮਹਾਂਪੁਰਖ ਖੁਦ ਆਪ ਹਾਜ਼ਰੀ ਭਰਿਆ ਕਰਦੇ। ਫਿਰ ਸੰਗਤ ਨੂੰ ਚਾਹ ਪਾਣੀ ਨਾਸ਼ਤਾ ਪਾਣੀ ਪਿਲਾ ਕੇ ਕਹਿਣਾ ਚਲੋ ਬਈ ਗੁਰਦੁਆਰਾ ਬਾਲਾ ਸਾਹਿਬ ਲੈਂਟਰ ਪੈਣਾ ਹੈ। ਆਪ ਵੀ ਖੜੀ ਲੱਤ ਸਾਰੀ ਦਿਹਾੜੀ ਉੱਥੇ ਸੇਵਾ ਨਿਭਾਉਣੀ। ਸ਼ਾਮਾਂ ਨੂੰ ਫਿਰ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖ, ਰਾਤ ਦੀ ਰੋਟੀ ਤਾਂ ਮਿਲਣੀ ਹੈ ਜੇ ਨਾਮ ਜਪੋਗੇ। ਇਹ ਨਹੀਂ ਵੀ ਉੱਠਦਿਆਂ ਹੀ ਚਾਹ, ਸਵੇਰ ਦੀ ਚਾਹ ਤੇ ਨਾਸ਼ਤਾ ਤਾਂ ਮਿਲਣਾ ਜੇ 2 ਘੰਟੇ ਨਾਮ ਘਰ 'ਚ ਹਾਜ਼ਰੀ ਭਰੋਗੇ। ਲੰਗਰ ਛਕਾਉਣ ਵੇਲੇ ਪੁੱਛਣਾ ਬਾਈ ਤੂੰ ਕਿੱਥੇ ਸੀਗਾ, ਲੇਟ ਕਿਉਂ ਆਇਆ? ਉਹ ਸਾਡਾ ਸੁਭਾਅ ਹੈ ਨਾ, ਝਾਤੀਆਂ ਮਾਰਨੀਆਂ, ਵੇਖਣਾ ਵੀ ਕਦੋਂ ਕੋਈ ਸਮਾਪਤੀ ਹੁੰਦੀ, ਕਹਿਣਾ ਆ ਜਾਓ ਆ ਜਾਓ। ਇਹ ਕੋਈ ਗੁਨਾਹ ਨਹੀਂ ਹੈ। ਇੱਥੇ ਬੈਠ ਜਾਓ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਜਪੋ, ਬਾਅਦ 'ਚ ਪ੍ਰਸ਼ਾਦਾ ਮਿਲੂਗਾ। ਅੰਮ੍ਰਿਤ ਵੇਲੇ ਵੀ ਨਾਮ ਜਪਾ ਕੇ ਤੇ ਸ਼ਾਮਾਂ ਨੂੰ ਵੀ 9 ਵਜੇ ਲੰਗਰ ਖੋਲ੍ਹਣਾ ਤੇ ਸਾਰੀ ਦਿਹਾੜੀ ਕਾਰ ਸੇਵਾ। ਤੋ ਇਹ ਜਿਹੜਾ ਕੰਮ ਹੈ ਇਹ ਵਾਹਿਗੁਰੂ ਨੇ ਆਪ ਦੇ ਸੰਤਾਂ ਨੂੰ ਦਿੱਤਾ ਹੈ। ਵਿਹਲੇ ਬੈਠਣਾ ਜ਼ਿੰਦਗੀ ਨਹੀਂ ਹੈ, ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਵਾਹਿਗੁਰੂ ਨੇ ਸਮਝਾਇਆ ਕਿ ਤੁਹਾਨੂੰ 4 ਯੁੱਗ ਹੋ ਗਏ ਨੇ ਚੌਂਕੜਾ ਮਾਰ ਕੇ ਬੈਠਿਆਂ ਨੂੰ, ਕੋਈ ਕੰਮ ਕਰੋ। ਕਹਿੰਦੇ ਮਹਾਰਾਜ ਨਹੀਂ, ਬਿਰਤੀ ਇੰਨੀ ਜੁੜੀ ਹੋਈ ਹੈ ਕਿ ਮੇਰਾ ਉੱਠਣ ਨੂੰ ਜੀਅ ਨਹੀਂ ਕਰਦਾ। ਵੈਸੇ ਬੈਠਣਾ ਵੀ ਔਖਾ ਹੈ, ਤੇ ਜੇ ਬਿਰਤੀ ਜੁੜ ਜਾਏ ਤੇ ਫਿਰ ਤਾਂ ਵਾਰੀ ਨਹੀਂ ਆ ਰਹੀ। ਮਹਾਰਾਜ ਕਹਿੰਦੇ ਨਹੀਂ ਬਈ ਉੱਠਣਾ ਪਊਗਾ, ਜ਼ਰੂਰੀ ਕੰਮ ਹੈ, ਤੁਹਾਡੇ ਗੋਚਰਾ ਹੈ। ਜੇ ਤੁਸੀਂ ਸੰਤ ਪਹਾੜਾਂ 'ਤੇ ਲੋਕੇ ਬੈਠੇ ਰਹੇ, ਭੋਰੇ ਪੁੱਟ ਕੇ ਬੈਠੇ ਰਹੇ, ਫਿਰ ਸੰਸਾਰ ਦਾ ਭਲਾ ਕੌਣ ਕਰੇਗਾ? ਮਹਾਰਾਜ ਮੇਰੀ ਬੇਨਤੀ ਹੈ ਕਿ ਮੇਰਾ ਚਿੱਤ ਬੜਾ ਜੁੜਿਆ ਹੋਇਆ, ਤੁਸੀਂ ਮੈਨੂੰ ਇੱਥੇ ਰਹਿਣ ਦਿਓ। ਚਿਤ ਨਾ ਭਇਓ ਹਮਰੋ ਆਮਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਆਪਦੇ ਚਰਨਾਂ ਵਿੱਚ ਮੇਰੀ ਸੁਰਤ ਚੁਭੀ ਹੋਈ ਹੈ। ਕਹਿੰਦੇ ਉਹ ਤਾਂ ਚੁਭੀ ਰਹੇਗੀ, ਤੁਹਾਡੀ ਮਾਨਸਿਕ ਸਥਿਤੀ ਵਿੱਚ ਫਰਕ ਨਹੀਂ ਪਏਗਾ। ਪਰ ਜੇ ਨਾਮ ਅਭਿਆਸੀ ਹੋਈ, ਅੱਗੇ ਝੰਡਾ ਨਹੀਂ ਚੁੱਕਣਗੇ। ਕਲਯੁਗ ਦਾ ਸਮਾਂ ਹੈ, ਚੋਰ ਚੱਕੇ ਤਾਂ ਪਹਿਲਾਂ ਹੀ ਮੂਰਲੀ ਕਤਾਰ ਵਿੱਚ ਖੜੇ ਹੋਏ ਨੇ, ਦੁਨੀਆ ਨੂੰ ਲੁੱਟੀ ਜਾ ਰਹੇ ਨੇ। ਤੁਹਾਨੂੰ ਜਾ ਕੇ ਧਰਮ ਦਾ ਕਾਰਜ ਕਰਨਾ ਪਏਗਾ, ਜ਼ਰੂਰੀ ਹੈ। ਕਹਿੰਦੇ ਜੀ 7 ਬਚਨ ਮਹਾਰਾਜ ਨੇ ਸੱਦਾ ਪੱਤਰ ਭੇਜ ਕੇ ਸ੍ਰੀ ਹੇਮਕੁੰਡ ਸਾਹਿਬ ਦੀ ਪਹਾੜੀ ਤੋਂ ਆਪ ਦੇ ਕੋਲ ਸੱਚਖੰਡ ਵਿਖੇ ਬੁਲਾਇਆ। ਸਾਰੀਆਂ ਗੱਲਾਂ ਸਮਝਾਈਆਂ ਵੀ ਕਿਵੇਂ ਕਿਵੇਂ ਅੰਮ੍ਰਿਤ ਛਕਾਉਣਾ ਹੈ, ਕਿਵੇਂ ਕਿਵੇਂ ਧਰਮ ਦੀ ਮਰਜ਼ਾਦਾ ਬਣਨੀ ਹੈ, ਕਿਵੇਂ ਕਿਵੇਂ ਜ਼ੁਲਮ ਦਾ ਟਾਕਰਾ ਕਰਨਾ ਹੈ, ਕਿਵੇਂ ਤਲਵਾਰ ਦੇ ਨਾਲ ਜ਼ੁਲਮ ਨੂੰ ਠੱਲ ਪਾਉਣੀ ਹੈ, ਕੈਸੀ ਸਿੱਖਿਆ ਦੇਣੀ ਹੈ। ਸਾਰਾ A to Z ਸਭ ਕੁਝ ਸਮਝਾਇਆ। ਮਹਾਰਾਜ ਕਹਿੰਦੇ ਕਿ ਮੈਂ ਫਿਕਰਮੰਦ ਹੋ ਗਿਆ ਵੀ ਐਡਾ ਵੱਡਾ ਕੰਮ ਮੈਂ ਕਿਵੇਂ ਕਰੂੰਗਾ। ਫਿਰ ਮੈਂ ਗਲ 'ਚ ਪੱਲਾ ਪਾਇਆ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਕੱਲੇ ਕੋਲੋਂ ਐਡਾ ਵੱਡਾ ਕੰਮ ਹੋਣਾ ਔਖਾ ਹੈ, ਮੈਂ ਇਕੱਲਾ ਨਹੀਂ ਕਰ ਪਾਵਾਂਗਾ। ਠਾੜ ਭਇਓ ਮੈਂ ਜੋਰ ਕਰ,
बचन कहा सिर न्याय, पंथ चलै तब जग तुम्हें जब तुम करो सहाय। जी आप सहायता करोगे, मेरा साथ दिओगे तो तां मैं धर्म चला सकदा, अमृत छका सकदा है। औरंगजेब दे पुन्न बड़े, ਉਹਦੇ ਨਾਲ ਮੱਥਾ ਲਾਉਣਾ ਆਮ ਵਸ ਦੀ ਬਾਤ ਨਹੀਂ ਹੈ। ਮਹਾਰਾਜ ਕਹਿੰਦੇ ਚੰਗਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ, ਆਪ ਦਾ ਰੂਹ ਬਣਾ ਕੇ ਭੇਜਦਾ ਹਾਂ। ਮੈਂ ਤੇਰੇ ਅੰਗ ਸੰਗ ਰਹਾਂਗਾ। ਮੈਂ ਆਪਣਾ ਸੁਤ ਤੋਹੀ ਨਵਾਜਾ, ਪੰਥ ਪਰਚੁਰ ਕਰਵੇ ਕੋ ਸਾਜਾ। ਜਾਏ ਤਾਹਾਂ ਤੇ ਧਰਮ ਚਲਾਏ, ਕਬੁੱਤ ਕਰਨ ਦੇ ਲੋਕ ਹਟਾਏ। ਸੋ ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਅਪਾਰਨ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਜਿਵੇਂ ਕੋਈ ਮਾਲੀ ਬਗੀਚਾ ਲਾਉਂਦਾ ਹੈ, ਬਾਗ ਫੁੱਲ ਬੂਟੇ ਲਾਉਂਦਾ ਹੈ, ਉਹ ਮਾਲੀ ਦੇ ਨਾਲ ਹੋਰ ਸੇਵਾਦਾਰ ਸਹਾਇਕ ਵੀ ਹੁੰਦੇ ਨੇ। ਕੱਲਾ ਮਾਲੀ ਤਾਂ ਨਹੀਂ ਇਹਨਾਂ ਕੋਲ ਸਾਂਭਦਾ, ਉਹਦੇ ਨਾਲ ਸੇਵਾਦਾਰ ਪਾਣੀ ਧਾਣੀ ਪਾਉਣ ਲਈ, ਗੋਡੀ ਕਰਨ ਲਈ ਮਾਲੀ ਦਾ ਹੁਕਮ ਮੰਨ ਕੇ। ਇੰਝ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਤਾਂ ਮਾਲੀ ਨੇ, ਜਿਨ੍ਹਾਂ ਨੇ ਸਿੱਖੀ ਦੀ ਫੁਲਵਾੜੀ ਸੋਹਣਾ ਬਾਗ ਬਗੀਚਾ ਲਗਾਇਆ ਹੋਇਆ ਹੈ। ਇਹੋ ਜਗਵਾੜੀ ਮੇਰਾ ਪ੍ਰਭ ਮਾਲੀ। ਮਾਲੀ ਜਿਉਂ ਸਵੇਰ ਤੋਂ ਸ਼ਾਮ ਤੱਕ ਬਗੀਚੇ ਦੀ ਸੰਭਾਲ ਕਰਦਾ, ਨਾਲ ਸੇਵਾਦਾਰਾਂ ਨੂੰ ਵੀ ਕੰਮ ਦਿੰਦਾ ਹੈ। ਸਦਾ ਸੰਭਾਲੇ ਕੋ ਨਹੀਂ ਖਾਲੀ, ਕਿਸੇ ਨੂੰ ਖਾਲੀ ਨਹੀਂ ਰੱਖਦਾ, ਸਾਰਿਆਂ ਦੀ ਸੰਭਾਲ ਕਰਦਾ ਹੈ। ਸਾਰਾ ਸੰਸਾਰ ਹੀ ਮਾਲੀ ਦਾ ਬਗੀਚਾ, ਪਰ ਸਿੱਖਾਂ ਦੀ ਫੁਲਵਾੜੀ ਇੱਕ ਵਿਸ਼ੇਸ਼ ਹੈ। ਅਤੇ ਧਰਮੀ ਬੰਦਿਆਂ ਨੂੰ ਪਾਣੀ ਦੇਣ ਵਾਸਤੇ, ਸਿੱਖੀ ਦੇ ਪ੍ਰਚਾਰ ਵਾਸਤੇ, ਸਿਮਰਨ ਦਾ ਪ੍ਰਵਾਹ ਚਲਾਉਣ ਲਈ ਸਮੇਂ ਸਮੇਂ ਅਨੁਸਾਰ ਮਹਾਰਾਜ ਮਾਲੀ ਸੇਵਾਦਾਰਾਂ ਨੂੰ, ਸੰਤਾਂ ਨੂੰ, ਮਹਾਂਪੁਰਖਾਂ ਨੂੰ ਭੇਜਦਾ ਰਹਿੰਦਾ ਹੈ, ਜੋ ਦੁਨੀਆ ਵਿੱਚ ਸੰਚਾਰ ਕਰਨ। ਪਾਣੀ ਦਾ ਸੰਚਾਰ, ਨਹਿਰਾਂ ਖੂਹ ਦੇ ਰਾਹੀਂ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਦੀ ਸੇਵਾ ਪੰਜਾਂ ਪਿਆਰਿਆਂ ਨੂੰ, ਪੰਥ ਨੂੰ ਬਖਸ਼ੀ ਹੈ। ਇਹ ਬੜਾ ਜ਼ਰੂਰੀ ਕੰਮ ਹੈ। ਕਥਾ ਕੀਰਤਨ, ਇਹ ਧਰਮ ਪ੍ਰਚਾਰ ਦੀ ਸੇਵਾ ਮਹਾਂਪੁਰਖਾਂ ਨੂੰ ਬਖਸ਼ੀ। ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਬੋਪਰਾਏ ਨਗਰ ਜਦ ਚੜ੍ਹਾਈ ਕਰਨ ਲੱਗੇ ਤਾਂ ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਬੁਲਾਇਆ। ਸਰੋਂ ਦੇ ਖੇਤ ਵਿੱਚ ਸਰੋਂ ਦੇ ਫੁੱਲ ਬੜੇ ਸੋਹਣੇ ਉੱਗੇ ਹੋਏ, ਮੰਜਾ ਆਪ ਦਾ ਖੇਤਾਂ ਵਿੱਚ ਕਹਿ ਕੇ ਡਹਾਇਆ। ਕਹਿੰਦੇ ਕਾਦਰ ਦੀ ਕੁਦਰਤ ਵੇਖਣਾ ਮੈਂ ਪਸੰਦ ਕਰਦਾ, ਮੇਰਾ ਮੰਜਾ ਬਾਹਰ ਲੈ ਜਾਓ। ਸੋਹਣੇ ਫੁੱਲ ਹੈ, ਕਹਿੰਦੇ ਤੋੜ ਕੇ ਲਿਆਓ। ਜਦ ਭੇਟਾ ਕੀਤੇ ਤਾਂ ਸੰਤ ਗੁਰਬਚਨ ਸਿੰਘ ਜੀ ਦੇ ਸਿਰ ਦੇ ਉੱਪਰ ਫੁੱਲ ਲਾ ਦਿੱਤੇ, ਜਿਵੇਂ ਕਲਗੀ ਝੁਲਾਈ ਦੀ ਹੈ। ਫੁੱਲ ਲਾ ਕੇ ਕਹਿੰਦੇ ਦੱਸ, ਦੁਨੀਆ ਦੇ 100 ਕੰਮ ਕਰਨੇ ਨੇ ਕਿ ਗੁਰਦੁਆਰੇ ਦਾ ਇੱਕ ਕੰਮ ਕਰਨਾ ਹੈ? ਕਹਿੰਦੇ ਜੀ ਇੱਕ ਕੰਮ ਬਖਸ਼ ਦਿਓ। ਕਹਿੰਦੇ ਫਿਰ ਇੱਕੋ ਹੀ ਕੰਮ ਕਰਨਾ ਹੈ, ਜਿਹੜਾ ਸਭ ਤੋਂ ਅਰਜੈਂਟ ਵਰਕ, ਜ਼ਰੂਰੀ ਕੰਮ ਹੈ, ਜੇ ਤੋਂ ਬਗੈਰ ਸਰਦਾ ਨਹੀਂ। ਅਤੇ ਗੁਰਦੁਆਰੇ ਦਾ ਕੰਮ ਨਿਸ਼ਕਾਮਤਾ ਨਾਲ ਕਰਨਾ, ਕੋਈ ਵੀ ਮਨ ਦੇ ਵਿੱਚ ਫੁਰਨਾ, ਕੋਈ ਲੋਭ ਲਾਲਚ, ਕੋਈ ਆਪ ਦਾ ਮਤਲਬ ਸਿੱਧ ਨਹੀਂ ਕਰਨਾ। ਕਹਿੰਦੇ ਦੱਸਾਂ? ਕਹਿੰਦੇ ਜੀ ਹਾਂ, ਹੁਕਮ ਕਰੋ। ਕਹਿੰਦੇ ਸਾਡਾ ਹੁਕਮ ਦਾ ਇਹ ਡੰਡਾ ਹੈ, ਇਹਨੂੰ ਡੰਡਾ ਸਮਝ ਕੇ ਆਪ ਦੇ ਸਿਰ 'ਤੇ ਸਮਝਣਾ। ਜਿਵੇਂ ਡੰਡੇ ਤੋਂ ਡਰਦਿਆਂ ਆ ਜਿਹੜੇ ਫੌਜੀ ਨੇ ਵੇਖੋ 4 ਵਜੇ ਉੱਠ ਖਲੋਂਦੇ ਨੇ, ਕੰਮ ਕੋਈ ਵੀ ਨਹੀਂ ਗਾ, ਪਰ ਉਹਨਾਂ ਨੂੰ ਵਿਹਲੇ ਨਹੀਂ ਰਹਿਣ ਦਿੰਦੇ। ਕਹਿੰਦੇ ਭੱਜੀ ਜਾਓ, 2 ਘੰਟੇ ਦੌੜ ਲਵਾਉਂਦੇ। ਕਈ ਤਾਂ ਮੇਰੇ ਵਰਗੇ ਡਰਦੇ ਮਾਰੇ ਟ੍ਰੇਨਿੰਗ 'ਚੋਂ ਹੀ ਭੱਜ ਆਉਂਦੇ ਨੇ, ਪਾਣੀ ਸੁੱਟ ਦਿੰਦੇ।
ਭਾਵੇਂ ਕੋਈ ਮਰੇ ਭਾਵੇਂ ਕੋਈ ਜੀਵੇ। ਕਹਿੰਦੇ ਤਰਨਾ ਸਿੱਖੋ, ਪਿੱਠੂ ਲਾ ਕੇ ਕਹਿੰਦੇ ਪਹਾੜੀ ਤੇ ਚੜੋ, ਹੋਰ ਕੁਛ ਵੀ ਨਹੀਂ, ਰੰਬਾ ਫੜੋ ਤੇ ਗੋਡੀ ਕਰੀ ਜਾਓ, ਜਗ੍ਹਾ ਹੀ ਸਵਾਰੀ ਜਾਓ। ਇਸ ਤਰੀਕੇ ਦੇ ਨਾਲ ਉਹ ਮੁੜਕਾ ਜ਼ਰੂਰ ਲਿਆਉਂਦੇ, ਬਿਜ਼ੀ ਰੱਖਦੇ, ਤੇ ਹਰ ਵਕਤ ਉਹ ਤਿਆਰ ਪਰ ਤਿਆਰ ਰਹਿੰਦੇ, ਕੋਈ ਵੀ ਹੁਕਮ ਹੋਵੇ ਯੈਸ ਸਰ। ਇਸ ਤਰ੍ਹਾਂ ਜਿਹੜੀ ਗੁਰੂ ਘਰ ਦੀ ਸੇਵਾ ਹੈ, ਸੰਗਤ ਦੀ ਜਿਹੜੀ ਸੇਵਾ, ਮਹਾਰਾਜ ਦੇ ਸਿਮਰਨ ਭਜਨ ਵਾਲਾ ਕਾਰਜ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਸੁਖਮਨੀ ਸਾਹਿਬਨਾਮੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਸਾਵਧਾਨ ਇਕਾਗਰ ਚੇਤ, ਕਿ ਸਾਵਧਾਨੀ ਦੇ ਨਾਲ, ਚਿੱਤ ਦੀ ਇਕਾਗਰਤਾ ਦੇ ਨਾਲ, ਕੋਈ ਢਿੱਲ ਮੱਠ ਨਹੀਂ, ਇਹ ਹੁਕਮ ਦਾ ਡੰਡਾ ਸਮਝ ਕੇ ਤੇ ਦਿਨ ਭਰ ਰਾਤ ਤਤਪਰ ਰਹਿਣਾ, ਇੱਕੋ ਹੀ ਕੰਮ ਕਰਨਾ ਹੈ। ਕਿਹੜਾ ਕਰਨਾ ਹੈ? ਗੁਰਬਾਣੀ ਦੀ ਪੜ੍ਹਾਈ ਸਿੰਘਾਂ ਨੂੰ ਕਰਾਉਣੀ ਹੈ। ਸੰਗਤ ਦੇ ਵਿੱਚ ਗੁਰਬਾਣੀ ਦੀ ਕਥਾ ਦੇ ਦੁਆਰਾ ਜਿਹੜੇ ਅਰਥਾਂ ਦੀ ਬਖਸ਼ਿਸ਼ ਕਲਗੀਧਰ ਵੱਲੋਂ ਸੰਪਰਦਾ ਵਿੱਚ ਹੋਈ ਹੈ ਤੇ ਤੁਸਾਂ ਨੇ ਪੜ੍ਹ ਕੇ ਪਕਾਏ ਨੇ, ਉਹ ਅੱਗੇ ਸੰਗਤਾਂ ਦੇ ਵਿੱਚ ਵੰਡਣੇ ਹਨ। ਕਹਿੰਦੇ ਜੀ 7 ਬਚਨ, ਕਹਿੰਦੇ ਇੱਕ ਕੰਮ ਕਰੇਗਾ 100 ਕੰਮ ਆਪ ਦੇ ਆਪ ਹੀ ਸਿੱਧ ਹੁੰਦੇ ਜਾਣਗੇ, ਕਰਨ ਦੀ ਲੋੜ ਨਹੀਂ ਪਊਗੀ, ਬਿਨਾਂ ਕਰਨ ਤੋਂ ਆਪ ਦੇ ਆਪ ਹੀ ਸਿੱਧ ਹੋਣਗੇ। ਤੇ ਇਸ ਵਾਸਤੇ ਸੰਤ ਗੋਬਿੰਦ ਕਾ ਇੱਕ ਹੈ ਕਾਮ, ਰੱਬ ਵੀ ਕੰਮ ਵਿੱਚ ਲੱਗਾ ਹੋਇਆ ਹੈ, ਉਹ ਵੀ ਵਿਹਲਾ ਨਹੀਂ ਬੈਠਾ, ਸਾਰਿਆਂ ਨੂੰ ਜਨਮ ਦਿੰਦਾ ਹੈ। ਕਿੰਨੇ ਬੱਚੇ ਜੰਮਦੇ ਨੇ, ਇਹ ਰੱਬ ਦਾ ਕੰਮ ਹੈ। ਜਾਂ ਤੇ ਸੁਭਾਣਾ ਤਾਂ ਜੰਮਿਆ, ਕਿਹੜੀ ਕਿਹੜੀ ਰੂਹ ਨੂੰ ਕਿਹੜੀ ਕਿਹੜੀ ਮਾਂ ਦੇ ਕੋਲ ਭੇਜਣਾ, ਕਿਹੜੇ ਇਲਾਕੇ ਵਿੱਚ ਭੇਜਣਾ ਹੈ, ਕਿਹੜਾ ਘਰ ਦੇਣਾ ਹੈ, ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਇਹ ਰੱਬ ਦਾ ਕੰਮ ਹੈ। ਫਿਰ ਸਾਰਿਆਂ ਨੂੰ ਸਿਰ ਬਸਿਰ, ਸਿਰ ਸੇ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਬੋ ਕਰਿਆ, ਰੋਜੀ ਰੋਟੀ ਦੇਣੀ, ਪਾਲਣਾ ਕਰਨੀ, ਤੇ ਜਿਹੜੇ ਸ਼ੁਭ ਗੁਣ ਚਾਹੁੰਦੇ ਸ਼ੁਭ ਗੁਣ ਦੇਣੇ। ਇਉਂ ਮਹਾਰਾਜ ਪਰਮਾਤਮਾ ਵੀ ਕਿਰਪਾ ਕਰਨ ਵਾਲੇ ਕੰਮ ਦੇ ਵਿੱਚ ਲੱਗਾ ਹੋਇਆ ਹੈ। ਸਾਰੇ ਜੀਵਾਂ ਨੂੰ ਥਾਂ ਥਾਈਂ ਉਹਨੇ ਵੱਖੋ ਵੱਖਰੇ ਧੰਦਿਆਂ ਦੇ ਵਿੱਚ, ਕੰਮਾਂ ਕਾਰਾਂ ਵਿੱਚ ਲਾਇਆ ਹੋਇਆ ਹੈ। ਇਹ ਪਰਮਾਤਮਾ, ਇਹ ਅਕਾਲ ਪੁਰਖ ਵਾਹਿਗੁਰੂ ਜੀਓ। ਸਭ ਜੀਓ ਪਿੰਡ ਦਿਆ ਤੁਧ ਆਪੇ, ਤੂੰ ਆਪ ਹੀ ਸਾਰੇ ਜੀਵਾਂ ਨੂੰ ਜਿੰਦ ਤੇ ਪਿੰਡ, ਇਹ ਸਰੀਰ ਆਦਿ ਦਿੱਤਾ ਹੋਇਆ ਹੈ। ਤੁਧ ਆਪੇ ਕਾਰ ਲਾਇਆ, ਹਰ ਤੂੰ ਆਪ ਹੀ ਸਾਰੀਆਂ ਦੀ ਵਾਸ਼ਨਾ ਦੇ ਅਨੁਸਾਰ, ਜਿਤ ਲਾਗੂ ਮਨ ਬਾਸਨਾ ਅੰਧ ਸਾਈ ਪ੍ਰਗਟਾਨੀ, ਉਹਨਾਂ ਨੂੰ ਕੰਮ ਦੇ ਵਿੱਚ ਲਾਉਣਾ ਕੀਤਾ ਹੈ। ਜਿਹਾ ਤੂੰ ਹੁਕਮ ਕਰਹਿ, ਇਹ ਪਰਮੇਸ਼ਰ ਜਿਸ ਤਰ੍ਹਾਂ ਦਾ ਤੂੰ ਹੁਕਮ ਕਰਦਾ ਹੈ, ਦੇਹ ਕੋ ਕਰਮ ਕਮਾਵੈ, ਉਹ ਜੇ ਸਭ ਕੋਈ ਜੀਵ ਕਰਮ ਨੂੰ ਕਮਾਉਂਦੇ, ਭਾਵ ਕੰਮਕਾਰ ਕਰਦੇ ਹਨ। ਜਿਹਾ ਤੁਧ ਜੈਸਾ ਤੂੰ ਉਹਨਾਂ ਦੀ ਵਾਸ਼ਨਾ ਦੇ ਅਨੁਸਾਰ ਤੁਰ ਲਿਖ ਪਾਇਆ, ਧੁਰ ਮੁੱਢ ਤੋਂ ਹੀ ਉਹਨਾਂ ਦੇ ਮੱਥੇ ਤੇ ਲੇਖ ਲਿਖ ਕੇ ਪਾ ਦਿੱਤਾ, ਉਹ ਜਿਹੇ ਉਹ ਸੁੱਖ ਅਤੇ ਦੁੱਖ ਭੋਗਦੇ ਹਨ। ਪੰਜ ਤਤ ਕਰ, ਤੂੰ ਆਪ 5 ਤੱਤ ਆਕਾਸ਼, ਹਵਾ, ਅੱਗ, ਪਾਣੀ ਤੇ ਧਰਤੀ, ਇਹ ਰਚ ਕਰਕੇ ਤੁਧ ਸ੍ਰੇਸ਼ਟ ਸਭ ਸਾਜੀ, ਤੂੰ ਸਾਰੀ ਸ੍ਰਿਸ਼ਟੀ ਸਾਜਣਾ ਕੀਤੀ, ਬਣਾਉਣਾ ਕੀਤੀ ਹੈ। ਕੋਈ ਸੇਵਾ ਕਰਿਓ, ਜੇ ਕੋਈ ਆਪ ਦੇ ਆਪ ਨੂੰ ਬਹੁਤਾ ਹੀ ਸਿਆਣਾ ਮੰਨਦਾ ਹੈ ਤਾਂ ਉਹ ਛੇਵਾਂ ਤੱਤ ਪੈਦਾ ਕਰਕੇ ਦਿਖਾਏ। ਜੇ ਕੈਸਾ ਕੀਤਾ ਹੋਵੇ, ਜੇ ਕਿਸੇ ਦਾ ਕੀਤਾ ਕੁਝ ਪੈਦਾ ਹੁੰਦਾ ਹੋਵੇ ਤੇ ਛੇਵਾਂ ਤੱਤ ਕੋਈ ਬਣਾ ਕੇ ਦਿਖਾਏ। ਆ ਜਿੰਨੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਵਾਲੇ ਸਾਇੰਸਦਾਨ ਹਨ,
ਇਹ ਰੱਬ ਦੇ ਪੈਦਾ ਕੀਤੇ ਤੱਤਾਂ ਦੇ ਵਿੱਚੋਂ ਹੀ ਖੋਜਾਂ ਆਦਿ ਕਰਦੇ ਨੇ। ਤੇ ਜੇ ਕੋਈ ਬਹੁਤਾ ਸਿਆਣਾ ਮੰਨਦਾ ਹੈ, ਆਪ ਦਾ ਕੋਈ ਤੱਤ ਬਣਾ ਕੇ ਦਿਖਾਏ। ਅੱਜ ਤੱਕ ਕਿਸੇ ਵੀ ਪਿਓ ਦੇ ਪੁੱਤ ਸਿਆਣੇ ਬੰਦੇ ਨੇ 6ਵਾਂ ਤੱਤ ਨਹੀਂ ਬਣਾਇਆ ਹੈ। 5 ਤੱਤਾਂ ਤੋਂ ਹੀ ਮਹਾਰਾਜ ਨੇ ਸਾਰੀ ਸ੍ਰਿਸ਼ਟੀ ਦੀ ਸਾਜਣਾ ਕੀਤੀ ਹੈ। ਤੇ ਸ਼ੁਰੂ ਤੋਂ 5 ਤੱਤ ਹੀ ਚੱਲਦੇ ਆ ਰਹੇ ਨੇ, 6ਵਾਂ ਨਹੀਂ ਕੋਈ ਬਣਾ ਸਕਿਆ। ਇਕ ਨਾ ਸਤਿਗੁਰ ਮੇਲ ਤੂੰ ਬਜਾਵਹਿ। ਕਈਆਂ ਨੂੰ ਤੂੰ ਸਤਿਗੁਰੂ ਦੇ ਨਾਲ ਮੇਲ ਕੇ ਭਾਵ ਗੁਰਮੁਖ ਬਣਾ ਕੇ ਆਪਣਾ ਸਰੂਪ ਸਮਝਾ ਦਿੰਦਾ ਹੈ। ਏਕਾ ਮਨ ਮੁਖ ਕਰ ਹੈ ਸਰੂਵੈ। ਹਰ ਕਈ ਮਨਮੁਖ ਜੋ ਹੰਗਤਾ ਦੇ ਸਹਿਤ ਕਰਮਾਂ ਨੂੰ ਕਰਦੇ ਨੇ, ਪਰ ਅੰਤ ਨੂੰ ਰੋਂਦੇ ਨੇ। ਤੇ ਜੋ ਰੋਵੇ ਸੋਈ ਪਤ ਖੋਵੇ। ਆਪਦੀ ਵੀ ਇੱਜ਼ਤ ਖਰਾਬ ਕਰਦੇ, ਆਪਦੇ ਕਰਮਾਂ ਨੂੰ ਬਹਿ ਕੇ ਰੋਈ ਜਾਂਦੇ ਨੇ। ਇਹ ਨਹੀਂ ਵੀ ਚੁੱਪ ਕਰਕੇ ਗੁਰਦੁਆਰੇ ਆਈਏ, ਜੋ ਕੁਛ ਹੋ ਗਿਆ ਸੋ ਤਾਂ ਹੋ ਹੀ ਗਿਆ, ਰੋਣ ਦਾ ਕੀ ਫਾਇਦਾ। ਰੋਈ ਜਾਣਗੇ, ਕਰਨਗੇ ਕੱਖ ਹੈ ਨਹੀਂ। ਸੋਚੀ ਜਾਣਗੇ ਤੇ ਪਰ ਕਰਨਗੇ ਕੁਛ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਜਿਹੜੀ ਉਮਰ ਪਿੱਛੇ ਕਿਤੇ ਗੁਨਾਹਾਂ ਦੇ ਵਿੱਚ ਵੀ ਲੰਘ ਗਈ ਅਣਜਾਣ ਬਣੇ 'ਚ, ਉਹਨੂੰ ਵੀ ਮੋੜ ਕੇ ਲਿਆਉਣ ਵਾਲੇ ਸਫਲੀ ਕਰਨ ਵਾਲੇ ਹਨ। ਜੇ ਕੋਈ ਸੱਚੇ ਮਨੋਂ ਗੁਰੂ ਜੀ ਦੀ ਚਰਨ ਸ਼ਰਨ ਵਿੱਚ ਪੈ ਜਾਏ। ਇਸ ਲਈ ਸੋਚ ਵਿਚਾਰਾਂ ਛੱਡ ਕੇ ਤੇ ਮਹਾਰਾਜ ਦਾ ਅੰਮ੍ਰਿਤ ਛਕ ਕੇ ਤੇ ਉਸੇ ਵਕਤ ਹੀ ਜਦੋਂ ਮਨ ਵਿੱਚ ਸੋਚ ਪੈਦਾ ਹੋਏ, ਭਾਜ ਪੜੋ ਹਰ ਸਰਨਾ, ਸਭ ਕੁਝ ਛੱਡ ਕੇ ਭੱਜ ਕੇ ਗੁਰੂ ਜੀ ਦੀ ਸ਼ਰਨ ਵਿੱਚ ਪੈ ਜਾਣਾ ਚਾਹੀਦਾ। ਮਹਾਰਾਜ ਦੀ ਸ਼ਰਨ 'ਚ ਪੈ ਕੇ ਮਹਾਰਾਜ ਦੀ ਮਰਜ਼ਾਦਾ ਨਿਤਨੇਮ ਸੇਵਾ ਸਿਮਰਨ ਵਿੱਚ ਚਿੱਤ ਜੋੜਨਾ ਚਾਹੀਦਾ ਹੈ। ਇਹ ਮਨ ਹਰ ਜੀਤ ਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇੰਨੀ ਤਾਕਤ ਹੈ, ਤੁਹਾਡਾ ਜੀ ਨਾ ਲੱਗੇ ਤੇ ਮਹਾਰਾਜ ਦੇ ਚਰਨਾਂ ਜਾ ਕੇ ਬੈਠ ਜਾਓ। ਇੱਥੇ ਜਿੰਨੇ ਸ਼ਹੀਦ ਸਿੰਘ ਨੇ ਪਵਿੱਤਰ ਆਤਮਾਵਾਂ ਪ੍ਰਤੱਖ ਵੀ ਸਾਰੇ ਸ਼ਾਂਤੀ ਨਾਲ ਬੈਠੇ ਹੋਣਗੇ, ਮਨ ਟਿਕਾ ਕੇ। ਇੱਥੇ ਵਾਤਾਵਰਨ ਸ਼ੁੱਧ ਹੁੰਦਾ ਹੈ, ਬੰਦਾ ਕੱਖ ਵੀ ਨਾ ਕਰੇ, ਢੋਲ ਲਾ ਕੇ ਉਹੀ ਬਹਿ ਜਾਏ। ਤੇ ਉਂਝ ਹੀ ਵਾਤਾਵਰਨ ਗੁਰਬਾਣੀ ਵਾਲਾ ਹੋਣ ਕਰਕੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਇਸ ਵਾਸਤੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਸਤਿਗੁਰੂ ਦੇ ਨਾਲ ਮਿਲੋ ਜ਼ਰੂਰ ਭਾਈ। ਮਿਲਣ ਦਾ ਤਾਂ ਕੋਈ ਹਰਜ ਨਹੀਂ। ਦੁਨੀਆ ਦੇ ਵਿੱਚ ਇੱਕੋ ਹੀ ਪਲੇਸ ਹੈ ਜਿੱਥੇ ਪੈਸਾ ਨਹੀਂ ਲੱਗਦਾ, ਪੱਲਿਓਂ ਕੱਖ ਦੇਣਾ ਨਹੀਂ ਪੈਂਦਾ, ਸਗੋਂ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਬਾਕੀ ਜਿੱਥੇ ਮਰਜ਼ੀ ਜਾਓਗੇ ਦੁਨੀਆ ਖਲੋਣ ਦੇ ਵੀ ਪੈਸੇ ਮੰਗਦੀ ਹੈ, ਬਹਿਣ ਦੇ ਵੀ ਮੰਗਦੀ ਹੈ। ਤੇ ਇਸ ਵਾਸਤੇ ਇੱਥੇ ਮਹਾਰਾਜ ਨੇ ਸਭ ਕੁਝ ਫ੍ਰੀ ਖਾਤੇ ਦਿੱਤਾ ਹੋਇਆ, ਫਿਰ ਵੀ ਸਾਡਾ ਮਨ ਪਤਾ ਨਹੀਂ ਕਿਉਂ ਨਹੀਂ ਜੁੜਦਾ ਹੈ। ਕਿੰਨੀ ਅਮੋਲਕ ਗੁਰਬਾਣੀ ਦੀ ਬਖਸ਼ਿਸ਼ ਕੀਤੀ ਹੈ, ਕਿੰਨਾ ਅਮੋਲ ਕੀਰਤਨ, ਕਿੰਨੀ ਅਮੋਲ ਕਥਾ ਹੈ। ਇਹ ਸਭ ਫ੍ਰੀ ਖਾਤੇ ਬਖਸ਼ਿਸ਼ ਕੀਤਾ ਹੋਇਆ। ਕੱਲ੍ਹ ਅੰਮ੍ਰਿਤ ਸੰਚਾਰ ਹੋਇਆ ਹੈ, ਕਿੱਡੀ ਭਾਰੀ ਬਖਸ਼ਿਸ਼ ਹੈ। ਮਨੁੱਖਾ ਜਨਮ ਪੂਰੇ ਦਾ ਪੂਰਾ ਹੀ ਸਫਲ ਹੋ ਜਾਣਾ, ਪਿਛਲੇ ਜਨਮ ਅੰਮ੍ਰਿਤ ਛਕਣ ਤੋਂ ਮਿਟ ਜਾਣੇ, ਸਤਿਗੁਰ ਕੇ ਜਨਮੇ ਗਮਨ ਮਟਾਇਆ। ਇਹ ਬਖਸ਼ਿਸ਼ ਨਹੀਂ ਤਾਂ ਹੋਰ ਕੀ ਹੈ। ਇਸ ਲਈ ਸਤਿਗੁਰੂ ਦੇ ਨਾਲ ਮਿਲੋ ਜ਼ਰੂਰ, ਕਰੋ ਭਾਵੇਂ ਕੱਖ ਵੀ ਨਾ। ਨਹੀਂ ਹੁੰਦਾ ਕੁਛ ਤੇ ਨਾ ਵਿਆਹ ਹੋਏ, ਪਰ ਮਿਲੋ ਜ਼ਰੂਰ। ਮਹਾਰਾਜ ਦੇ ਦਰਸ਼ਨ ਕਰੋ ਤੇ ਮਹਾਰਾਜ ਦੇ ਮੱਥੇ ਲੱਗੋ। ਇਹ ਸਮਝ ਲਓ ਕਿ ਪ੍ਰਮਾਤਮਾ ਦੀ ਕਿਰਪਾ ਹੈ। ਜਿਹਨੂੰ ਵਾਹਿਗੁਰੂ ਨੇ ਤਾਰਨਾ ਹੋਵੇ ਉਹਨੂੰ ਗੁਰਦੁਆਰਾ ਮਿਲਾਉਂਦਾ ਹੈ, ਗੁਰੂ ਘਰ ਦੇ ਦਰਸ਼ਨ ਕਰਾਉਂਦਾ ਹੈ। ਇੱਕ ਨਾ ਨੂੰ ਤੂੰ ਸਤਿਗੁਰੂ ਦੇ ਨਾਲ ਮੇਲ ਕੇ ਗੁਰਮੁਖ ਬਣਾ ਦਿੰਦਾ ਹੈ ਤੇ ਆਪਣਾ ਆਪ ਸਰੂਪ ਸਮਝਾ ਦਿੰਦਾ ਹੈ। ਇੱਕ ਮਨਮੁਖ ਉਹ ਰੋਂਦੇ ਹੀ ਰਹਿੰਦੇ ਨੇ, ਨਾ ਗੁਰੂ ਘਰ ਆਉਣਾ, ਨਾ ਸੇਵਾ ਕਰਨੀ, ਨਾ ਸਿਮਰਨ ਕਰਨਾ, ਤੇ ਪਛਤਾਉਂਦੇ ਰਹਿਣਾ। ਆਪਦੇ ਕਰਮਾਂ ਨੂੰ ਬਹਿ ਕੇ ਰੋਂਦੇ, ਮਰਨ ਲੱਗਿਆਂ ਵੀ ਰੋਂਦੇ ਹਨ। ਚੱਲੇ ਜੁਹਾਰੀ ਦੋਏ ਹੱਥ ਝਾਰ।
ਹਰ ਕੀ ਵਡਿਆਈ। ਇਸ ਲਈ ਇੰਜ ਬੇਨਤੀ ਕਰੀਏ, ਇਹ ਪਰਮੇਸ਼ਰ ਆਪ ਜੀ ਦੀ ਵਡਿਆਈ, ਆਪ ਜੀ ਦੀ ਮਹਿਮਾ ਨੂੰ ਹਉ ਆਖ ਨ ਸਕਾ। ਮੈਂ ਇੱਕ ਜ਼ਬਾਨ ਦੇ ਨਾਲ ਬੋਲ ਕੇ ਨਹੀਂ ਕਹਿ ਸਕਦਾ। ਹਉ ਮੂਰਖ ਮੁਗਧ ਨੀਚਾਨ। ਮੈਂ ਤਾਂ ਵਿਹਾਰਾਂ ਵੱਲੋਂ ਮੂਰਖ ਹਾਂ, ਸ਼ਾਸਤਰ ਗਿਆਤ ਵੱਲੋਂ ਮੁਗਧ ਬੇਸਮਝਾਂ, ਤੇ ਪਰਮਾਰਥੀ ਗਿਆਨ ਦੇ ਵੱਲੋਂ ਨੀਚ ਹੈ। ਜਾਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮੂਰਖ, ਮੁਗਧ ਅਤੇ ਨੀਚ ਹੈ। ਮੂਰਖ ਉਹ ਹੈ ਜਿਹਨੂੰ ਸਮਝਾਈਏ ਤੇ ਸਮਝ ਆ ਜਾਏ। ਮੁਗਧ ਉਹ ਹੈ ਜਿਹਨੂੰ ਸਮਝਾਈਏ ਤੇ ਫਿਰ ਵੀ ਸਮਝ ਨਾ ਆਏ। ਤੇ ਨੀਚ ਬੰਦਾ ਕਿਹੜਾ? ਮੇਰੇ ਵਰਗਾ, ਜਿਹੜਾ ਸਿਰ ਦੇ ਵਾਲਾਂ ਨੂੰ ਪਏ ਵੀ ਠਹਿਰ ਜਾ, ਮੈਂ ਤੈਨੂੰ ਦੱਸਦਾ ਪਤਾ। ਜਿਵੇਂ ਗੁਰੂ ਨਾਨਕ ਸਾਹਿਬ ਤੇ ਵਲੀ ਕੰਧਾਰੀ ਨੇ ਪੱਥਰ ਰੇੜਿਆ ਸੀ, ਇਉਂ ਨੀਚ ਬੰਦੇ ਇਹੀ ਸੋਚਦੇ ਰਹਿੰਦੇ ਵੀ ਮਾਰੀ ਜਾਣ ਦਾ ਜਾਂ ਮਾਫ ਕਰਨਾ। ਕਲਯੁਗ ਦਾ ਸਮਾਂ ਹੈ। ਪਾਤਸ਼ਾਹ ਨੇ ਸੰਤਾਂ ਦੇ ਦੋਖੀਆਂ ਬਾਬਤ ਪੂਰੀ ਦੀ ਪੂਰੀ ਅਸ਼ਟਪਦੀ ਉਚਾਰੀ ਹੈ। ਦੁਨੀਆ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਕੋਈ ਸਮਝ ਜਾਏ, ਹਰਨ ਵੇਖੋ, ਕਿਸੇ ਨੂੰ ਕੁਝ ਨਹੀਂ ਆਉਂਦਾ, ਪਰ ਨੀਚ ਬੰਦੇ ਉਹਨੂੰ ਵੀ ਮਾਰ ਕੇ ਤੇ ਉਹਦੇ ਜਿਹੜੇ ਸਿੰਘ ਨੇ ਉਹ ਵੇਚਦੇ ਨੇ, ਤੇ ਉਹਦੇ ਚਮੜੇ ਨੂੰ ਪ੍ਰਾਪਤ ਕਰਦੇ ਨੇ, ਮਿਰਗਸ਼ਾਲਾ ਵਿਛਾਉਂਦੇ ਨੇ। ਆਹ ਜਿਹੜੀ ਮੱਛੀ ਹੈ ਵਿਚਾਰੀ, ਇਹ ਵੀ ਇੰਨੀ ਭੋਲੀ ਹੈ, ਕਿਸੇ ਨੂੰ ਕੁਝ ਨਹੀਂ ਆਉਂਦੀ, ਪਾਣੀ 'ਚੋਂ ਜਾਲਾ ਜੂਲਾ ਖਾ ਕੇ ਵਿਚਾਰੀ ਗੁਜ਼ਾਰਾ ਕਰਦੀ ਹੈ। ਪਰ ਲੋਕ ਉਹਨਾਂ ਨੂੰ ਵੀ ਨਹੀਂ ਛੱਡਦੇ। ਆਹ ਬੱਕਰੀਆਂ ਵਿਚਾਰੀਆਂ, ਆਹ ਲੇਲੇ, ਕਿਸੇ ਨੂੰ ਕੁਝ ਆਂਦੇ ਨੇ, ਪਰ ਨੀਚ ਪੁਰਖ ਇਹਨਾਂ ਦਾ ਵੀ ਕਹਾਣ ਕਰਦੇ ਨੇ। ਤੋ ਸੰਤ ਰੱਬ ਦੇ ਪਿਆਰ ਵਾਲੇ ਹਰਨ ਦੀ ਤਰ੍ਹਾਂ, ਮੱਛੀ ਦੀ ਤਰ੍ਹਾਂ, ਬੱਕਰੀ ਦੀ ਤਰ੍ਹਾਂ ਨਿਮਰਤਾ ਰੱਖਦੇ, ਕਿਸੇ ਦੇ ਕੰਮ 'ਚ ਦਖਲ ਨਹੀਂ ਦਿੰਦੇ, ਕਿਸੇ ਨੂੰ ਕੁਝ ਨਹੀਂ ਆਉਂਦੇ। ਪਰ ਮੂਰਖ ਤੇ ਨੀਚ ਬੰਦੇ ਉਹਨਾਂ ਨਾਲ ਵੈਰ ਕਰਦੇ ਨੇ। ਪਾਤਸ਼ਾਹ ਦਾ ਬਚਨ ਹੈ, ਸੰਤ ਸਰਨ ਜੋ ਜਨ ਭਰੈ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਉਹਨਾਂ ਤੋਂ ਦੁਖੀ ਹੁੰਦੇ ਹਨ। ਪਰ ਮਹਾਰਾਜ ਨੇ ਆਖਿਆ, ਸੰਤ ਕਾ ਦੁਖੀ ਇਉਂ ਮਿਲ ਲਾਏ, ਜੋ ਜਲ ਵਿਹੋਣ ਮਛਲੀ ਤੜਫੜਾਏ। ਸਾਡੇ ਗੁਰੂਆਂ ਦੀ ਦੁਨੀਆ ਦੇ ਨਾਲ ਇੱਕੋ ਹੀ ਲੜਾਈ ਸੀਗੀ ਵੀ ਜ਼ੁਲਮ ਦੀ ਵਿਰੋਧਤਾ ਕਰਦੇ ਸੀ, ਕਿਸੇ ਦੇ ਉੱਪਰ ਜ਼ਿਆਦਤੀ ਬਰਦਾਸ਼ਤ ਨਹੀਂ ਸਨ ਕਰਦੇ। ਲੋਕ ਚਾਹੁੰਦੇ ਨੇ ਵੀ ਸਾਰੇ ਸਾਡੇ ਮਗਰ ਲੱਗਣ, ਸਾਡੇ ਮੁਤਾਬਕ ਚੱਲਣ। ਪਰ ਮਹਾਰਾਜ ਨੇ ਆਖਿਆ ਵੀ ਆਪਾਂ ਰੱਬ ਦੇ ਬੰਦੇ ਆ, ਰੱਬ ਦਾ ਨਾਮ ਜਪਾਂਗੇ। ਪ੍ਰਹਿਲਾਦ ਦੀ ਪਿਓ ਨਾਲ ਕਾਹਦੀ ਲੜਾਈ ਸੀਗੀ? ਕੋਈ ਜ਼ਮੀਨ ਥੋੜ੍ਹਾ ਵੰਡਾਉਣੀ ਸੀ। ਇਹੀ ਲੜਾਈ ਸੀਗੀ ਵੀ ਤੂੰ ਮੇਰੇ ਆਖੇ ਨਹੀਂ ਲੱਗਦਾ। ਮਤਲਬ ਦੁਸ਼ਟ ਬੰਦਾ ਚਾਹੁੰਦਾ ਵੀ ਇਹ ਵੀ ਦੁਸ਼ਟ ਬਣ ਜਾਏ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕਰ ਨਾ ਕਸਦੈਂਦ ਦੇ ਕਲਰ ਕਬਲ ਭਗਤ ਪ੍ਰਹਿਲਾਦ। ਸੰਡੇ ਮਰਕੇ ਨੇ ਵੀ ਆਖਿਆ ਕਿ ਕੌਣ ਸੋ ਤੇਰਾ ਹੈ ਉਸਤਾਦ, ਕਾਢ ਖੜਗ ਹਰ ਕੋ ਪਿਆ। ਸੋ ਹਰਨਾਕਸ਼ ਨੇ ਵੀ ਪੁੱਛਿਆ ਵੀ ਤੇਰਾ ਉਸਤਾਦ ਕਿਹੜਾ। ਸੰਡਾ ਮਰਕਾ ਵੀ ਕਹਿਣ ਲੱਗੇ ਵੀ ਤੈਨੂੰ ਪੜ੍ਹਾਈ ਆਸਾਂ ਨਹੀਂ, ਇਹ ਤਾਂ ਪੜ੍ਹਾਈ ਨਹੀਂ, ਫਿਰ ਕਿੱਥੋਂ ਪੜ੍ਹੀ ਤੂੰ? ਉਹਨਾਂ ਸ਼ਿਕਾਇਤ ਲਾਤੀ। ਤੋ ਧਰਮ ਦੀ ਲੜਾਈ ਸੀਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 12 ਧਰਮ ਯੁੱਧ ਕੀਤੇ ਨੇ। ਕੋਈ ਜ਼ਮੀਨ ਦੀ ਲੜਾਈ ਨਹੀਂ, ਕੋਈ ਸੋਨੇ ਦੀ ਨਹੀਂ, ਕੋਈ ਪੈਸੇ ਦੀ ਨਹੀਂ। ਬਸ ਇਹੀ ਹੈ ਗੁਣਾ ਔਗਣਾ ਦੀ। ਔਗਣੇ ਵਾਲਾ ਬੰਦਾ ਚਾਹੁੰਦਾ ਵੀ ਮੇਰੇ ਨਾਲ ਰਲ ਜਾਏ, ਤੇ ਧਰਮੀ ਬੰਦਾ ਆਪਦਾ ਧਰਮ ਨਹੀਂ ਤਿਆਗਦਾ। ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿੰਨਾ ਕਦੀ ਕੁੱਤੇ ਨੂੰ ਵੀ ਡੰਡਾ ਨਹੀਂ ਮਾਰਿਆ ਹੋਏਗਾ। ਔਰੰਗਜ਼ੇਬ ਮੂਰਖ ਨੀਚ ਨੇ ਵੇਖੋ ਮਹਾਰਾਜ ਦਾ ਸਿਰ ਲਾ ਕੱਤਿਆ। ਕੋਈ ਹੈ ਸਿਆਣਪ ਦੁਨੀਆ ਦੀ? ਹੱਥ ਧੋ ਕੇ ਮਗਰ ਹੀ ਪੈ ਗਿਆ। ਗੁਰੂ ਤੇਗ ਬਹਾਦਰ ਦੀ ਬਾਣੀ ਤੁਸੀਂ ਪੜ੍ਹ ਕੇ ਵੇਖੋ, ਕਿੰਨੀ ਮਿਠਾਸ ਤੇ ਨਿਮਰਤਾ ਤੇ ਪਿਆਰ ਵਾਲੀ ਬਾਣੀ ਹੈ। ਤੁਸੀਂ ਬਾਣੀ ਪੜ੍ਹਦਿਆਂ ਸੋਚ ਸਕਦੇ ਹੋ ਵੀ ਮਹਾਰਾਜ ਕਿਸੇ ਬਾਬਤ ਕੋਈ ਬੁਰਾ ਸੋਚਦੇ ਹੋਣਗੇ। ਪੰਜਵੇਂ ਪਾਤਸ਼ਾਹ ਨੂੰ ਵੇਖੋ ਤਤੀ ਤਵੀ 'ਤੇ ਬਿਠਾ ਕੇ। ਗੁਰੂ ਗੋਬਿੰਦ ਸਿੰਘ ਜੀ ਨੂੰ ਟਿਕ ਕੇ ਨਹੀਂ ਬਹਿਣ ਦਿੱਤਾ। ਛੇਵੇਂ ਪਾਤਸ਼ਾਹ ਨੂੰ ਭਗਵਾਨ ਦਾਸ ਘੇਰੜ ਚਵੀਆਂ ਲੈ ਪਿਆ, ਕਹਿੰਦਾ ਉੱਠ ਕੇ ਤੁਰ ਜਾਓ।
ਮਹਾਰਾਜ ਕਹਿੰਦੇ ਭਾਈ ਆਪਾਂ ਸਾਉਣ ਦੇ ਭਾਦਰੋਂ ਦੇ 2 ਮਹੀਨੇ ਕੱਟਣੇ ਨੇ। ਕਹਿੰਦਾ ਨਹੀਂ, ਨਿਹੰਗਾਂ ਦਾ ਕੀ ਲੈਣਾ, ਤੁਸੀਂ ਤਾਂ ਪੱਕੇ ਹੀ ਡੇਰੇ ਲਾ ਕੇ ਬੈਠ ਜਾਓਗੇ। ਇਹ ਜ਼ਮੀਨ ਮੇਰੀ ਹੈ, ਮੈਨੂੰ ਸਰਕਾਰ ਨੇ ਅਲਾਟ ਕੀਤੀ ਹੈ ਅਤੇ ਮੈਂ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ, ਤੁਸੀਂ ਤਾਂ ਕਬਜ਼ਾ ਕਰੋਗੇ। ਉਹ ਬਹੁਤਾ ਵੱਧ ਘੱਟ ਬੋਲਿਆ, ਫਿਰ ਉਹਦਾ ਸਤਿਨਾਮ ਵਾਹਿਗੁਰੂ ਬੋਲਤਾ। ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਯੁੱਧ ਭਗਵਾਨ ਦਾਸ ਘੇਰੜ ਦੀ ਉਹ ਕਰਤੂਤ ਕਰਕੇ ਹੋਇਆ। ਤੋ ਇੰਜ ਨੀਚ ਬੰਦਾ ਉਹ ਹੈ ਵੀ ਉਹਨੂੰ ਚੰਗੀ ਗੱਲ ਸਮਝਾਓ ਅਤੇ ਉਹ ਸ਼ਸਤਰ ਫੜ ਕੇ ਮਾਰਨ ਪਵੇ, ਨਾਮ ਜਪਾਓ ਅਤੇ ਉਹ ਵੈਰ ਪੈ ਜਾਏ। ਕਬੀਰ ਨੂੰ ਵੇਖੋ, ਸਮੇਂ ਦੀ ਸਰਕਾਰ ਨੇ, ਸਿਕੰਦਰ ਬਾਦਸ਼ਾਹ ਨੇ ਬੰਨ੍ਹ ਕੇ ਹਾਥੀ ਅੱਗੇ ਸੁੱਟਿਆ, ਕੰਗਾ ਦੀਆਂ ਡੂੰਘੀਆਂ ਲਹਿਰਾਂ ਸੰਗਲ ਮਾਰ ਕੇ ਸੁੱਟਤਾ। ਨਾਮਦੇਵ ਨੂੰ ਸਲੇਮ ਬਾਦਸ਼ਾਹ ਨੇ ਜੋੜ ਕੇ ਹਾਥੀ ਅੱਗੇ ਸੁੱਟਤਾ। ਜਿੰਨੇ ਬ੍ਰਾਹਮਣ ਕਾਸ਼ੀ ਦੇ ਰਵਿਦਾਸ ਦੇ ਵੈਰ ਪਏ ਰਹੇ, ਭਗਤਾਂ ਨੂੰ ਟੇਕੇ ਨਹੀਂ ਬਹਿਣ ਦਿੱਤਾ। ਹੁਣ ਜਿੰਨੇ ਮਰਜ਼ੀ ਮੱਥਾ ਲੋਕ ਟੇਕੀ ਜਾਣ, ਜਿੰਨਾ ਮਰਜ਼ੀ ਉਹਨਾਂ ਨੂੰ ਪੂਜੀ ਜਾਣ, ਮੰਦਰ ਬਣਾ ਕੇ। ਜਿੰਨਾ ਚਿਰ ਉਹ ਵਿਚਾਰੇ ਜਿਉਂਦੇ ਰਹੇ ਉਹਨਾਂ ਚਿਰ ਤਾਂ ਵਕਤ ਪਾਈ ਰੱਖਿਆ ਦੁਨੀਆ ਨੇ। ਮਾਫ਼ ਕਰਨਾ, ਕੋਈ ਸੁੱਖ ਦੀ ਰੋਟੀ ਨਹੀਂ ਖਾਣ ਦਿੱਤੀ, ਕੋਈ ਚੱਜ ਨਾਲ ਰਹਿਣ ਨਹੀਂ ਦਿੱਤਾ। ਬਾਅਦ 'ਚ ਬੰਦੇ ਦੀ ਪੂਜਾ ਹੋਈ ਤਾਂ ਕੀ ਹੋਈ। ਇਹ ਦੁਨੀਆ ਦਾ ਸੁਭਾਅ ਹੈ ਨੀਚ ਬੰਦਿਆਂ ਦਾ। ਸਤਿਗੁਰੂ ਜੀ ਨੇ ਸ੍ਰੀ ਜਪਜੀ ਸਾਹਿਬ ਦੇ ਵਿੱਚ ਨੀਚਾਂ ਦੀ ਵੀ ਇੱਕ ਪੌੜੀ ਲਿਖੀ ਹੈ। ਚੰਗਿਆਂ ਬੰਦਿਆਂ ਦੀ ਤਾਂ ਸਿਫਤ ਕੀਤੀ ਹੋਈ ਹੈ, ਇੱਕ ਨੀਚਾਂ ਦੀ ਪੌੜੀ ਵੀ ਲਿਖੀ ਹੈ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਆ ਨੀਚਾਂ ਦਾ ਹੀ ਕੰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਵੈਰ ਕਰਨਾ ਬੰਦੇ ਨਾਲ ਤਾਂ ਹੋ ਸਕਦਾ। ਆਪਾਂ ਇੱਕ ਦੂਜੇ ਦੇ ਨਾਲ ਈਰਖਾ, ਵੈਰ, ਵਿਰੋਧ ਇਹ ਤਾਂ ਚੱਲਿਆ ਹੀ ਆਇਆ ਹੈ, ਸੁਭਾਅ ਹੀ ਹੈ ਸਾਡਾ। ਪਰ ਮਹਾਰਾਜ ਤਾਂ ਸਰਬ ਸਾਂਝੇ ਨੇ, ਇਹਨਾਂ 'ਚ ਰਾਮ ਵੀ ਹੈ, ਅੱਲਾ ਵੀ ਹੈ, ਹਰ ਕੋਈ ਭਿੰਨ ਭੇਦ ਵਿਤਕਰਾ ਵੀ ਨਹੀਂ। ਖੱਤਰੀ ਨੂੰ ਉਪਦੇਸ਼ ਵੀ ਹੈ, ਬ੍ਰਾਹਮਣ ਨੂੰ ਵੀ ਹੈ, ਸਭਨਾਂ ਨੂੰ ਹੈ। ਇਹਨਾਂ ਨਾਲ ਕਾਹਦਾ ਵੈਰ। ਪਰ ਨੀਚ ਬੰਦੇ ਸੱਚੇ ਪਾਤਸ਼ਾਹ ਦੀ ਵੀ ਬੇਅਦਬੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਟਿਆਲੇ ਦੇ ਕੋਲ ਇੱਕ ਨਾਨਕਸਰ ਨਾਮ ਦਾ ਗੁਰਦੁਆਰਾ, ਕਿਸੇ ਨੀਚ ਬੰਦੇ ਸਰਕਾਰੀ ਨੌਕਰ, ਮਾਲ ਵਿਭਾਗ ਦੇ ਵਿੱਚ, ਨਹਿਰੀ ਵਿਭਾਗ ਦੇ ਵਿੱਚ ਮਾਲਦਾਰ, ਬੇਲਦਾਰ, ਅਤੇ ਉਹਨੇ ਮਹਾਰਾਜ ਦੀ ਬੇਅਦਬੀ ਕੀਤੀ। ਹਰਿਆਣੇ ਦੇ ਵਿੱਚ ਕਿਸੇ ਨੇ ਆਪ ਦੀ ਪੈਲੀ ਵਿੱਚ ਗੁਰੂ ਘਰ ਬਣਾਇਆ, ਉੱਥੇ ਕਿਸੇ ਮੂਰਖ ਨੇ, ਥੋੜ੍ਹੇ ਦਿਨਾਂ ਦੀ ਗੱਲ ਹੈ, 2-4 ਦਿਨਾਂ ਦੀ ਹੋਈ, ਪੁਰਾਣੀਆਂ ਗੱਲਾਂ ਤਾਂ ਚਲੋ ਪੁਰਾਣੀਆਂ ਹੋ ਗਈਆਂ। ਇਹ ਨੀਚਾਂ ਦਾ ਕੰਮ ਹੈ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਬੋਲਦੇ ਵੀ ਨਹੀਂ ਅਤੇ ਇਹਨਾਂ ਦੀ ਵੀ ਬੇਅਦਬੀ ਕਰਨੀ। ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪਖ ਖਾਹੇ, ਅਸੰਖ ਨਿੰਦਕ ਸਿਰ ਕਰੈ ਭਾਰ, ਨਾਨਕ ਨੀਚ ਕਹੈ ਵਿਚਾਰ। ਮਹਾਰਾਜ ਕਥਨ ਕਰਦੇ ਨੇ, ਹਉ ਮੂਰਖ ਹਉ ਬਲ, ਹਰ ਕੀ ਵਡਿਆਈ ਹਉ ਆਖ ਨਾ ਸਕ। ਹਰ ਕੀ ਵਡਿਆਈ ਹੋ ਆਖ ਨ ਸਾਕਾ। ਇਹ ਪਰਮੇਸ਼ਰ, ਇਹ ਹਰੀ ਆਪ ਦੀ ਵਡਿਆਈ ਮਹਿਮਾ ਨੂੰ ਮੈਂ ਕਹਿ ਨਹੀਂ ਸਕਦਾ। ਹਉ ਮੂਰਖਾ ਮੁਗਧ ਨੀਚਾਨ। ਮੈਂ ਮੂਰਖ ਹਾਂ, ਮੈਂ ਮੁਗਧ ਹਾਂ ਅਤੇ ਮੈਂ ਨੀਚ ਹਾਂ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੀਚਾਂ ਬਾਬਤ, ਮੂਰਖਾਂ ਬਾਬਤ, ਅੰਧ ਘੋਰ ਬਾਬਤ ਸਾਰੀ ਗੱਲਬਾਤ ਲਿਖ ਕੇ, ਕਥਾ ਲਿਖ ਕੇ ਅਤੇ ਸਾਰੀ ਗੱਲ ਆਪ 'ਤੇ ਟਿਕਾਈ ਹੈ। ਸਿਆਣਾ ਬੰਦਾ ਸੋ ਕਿਸੇ ਨੂੰ ਕੁਝ ਕਹਿਣ ਦੀ ਬਜਾਏ ਆਪ 'ਤੇ ਟਿਕਾਉਂਦਾ ਹੈ। ਮਹਾਰਾਜ ਨੇ ਆਖਿਆ, ਨਾਨਕ ਨੀਚ ਕਹੈ ਵਿਚਾਰ। ਆਪਦੇ ਆਪ ਨੂੰ ਵੀ ਉਹਨਾਂ ਦੀ ਗਿਣਤੀ ਵਿੱਚ ਗਿਣ ਲਿਆ। ਇਹ ਪਾਤਸ਼ਾਹ ਦੀ ਨਿਮਰਤਾ ਹੈ। ਮਹਾਰਾਜ ਮੈਂ ਹੀ ਮੂਰਖ ਹਾਂ, ਬਾਕੀ ਸਭ ਦੁਨੀਆ ਸਿਆਣੀ ਹੈ। ਕਿਉਂਕਿ ਲੋਕ ਜੋ ਕਹਿੰਦੇ ਨੇ, ਬਹੁਤੇ ਕਹਿੰਦੇ ਨੇ, ਫਿਰ ਸਾਨੂੰ ਮੰਨਣਾ ਚਾਹੀਦਾ ਵੀ ਆਪਾਂ ਮੂਰਖ ਹਾਂ, ਆਪਾਂ ਹੀ ਮੁਗਧ ਹਾਂ, ਸਭ ਦੁਨੀਆ ਸਿਆਣੀ ਹੈ, ਆਪਾਂ ਹੀ ਨੀਚ ਹਾਂ, ਸਭ ਉੱਤਮ ਨੇ। ਕਿਉਂਕਿ ਦੁਨੀਆ ਜੋ ਕਹਿੰਦੀ ਹੈ, ਇਸ ਲਈ ਮੰਨ ਲਓ ਇਹਦੇ ਵਿੱਚ ਹੀ ਭਲਾ ਹੈ।
ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ। ਸਤਿਗੁਰੂ ਮਹਾਰਾਜ ਕਥਨ ਕਰਦੇ, ਹੀ ਮੇਰੇ ਮਾਲਕਾ, ਹੀ ਮੇਰੇ ਪਰਮੇਸ਼ਰ, ਸਾਨੂੰ ਦਾਸਾਂ ਨੂੰ ਤੂੰ ਕਿਰਪਾ ਕਰਕੇ ਬਖਸ਼ ਲੈਣਾ ਕਰ। ਸਰਣਾਗਤ ਪਿਆ ਅਜਾਨ। ਦੁਨੀਆ ਦੇ ਭਾਣੇ ਹੈ ਮੈਂ ਭਾਵੇਂ ਮੂਰਖ, ਮੈਨੂੰ ਕੱਖ ਨਹੀਂ ਆਉਂਦਾ, ਕੋਈ ਮੇਰੇ ਸਿਆਣਪ ਨਹੀਂ ਹੈ, ਮੈਂ ਭਾਵੇਂ ਮੁਗਧ ਹੈ, ਮੈਂ ਭਾਵੇਂ ਨੀਚ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਪਰ ਜਿਹੜੇ ਗੁਰੂ ਦੇ ਚਰਨਾਂ 'ਚ ਆਪਾਂ ਬੈਠੇ ਹਾਂ, ਜਿਹਦੀ ਕਥਾ ਕਰ ਤੇ ਸੁਣ ਰਹੇ ਹਾਂ, ਉਹ ਸਾਡਾ ਗੁਰੂ ਉੱਤਮ ਹੈ ਤੇ ਮਹਾਰਾਜ ਦੀ ਕਥਾ ਉੱਤਮ ਹੈ। ਊਤਮ ਕਥਾ ਸੁਨੀਜੈ ਸ਼੍ਰਵਣੀ, ਮਾਇਆ ਕਰੋ ਭਗਵਾਨ। ਗੁਰਬਾਣੀ ਗੁਣ ਦੇਣ ਵਾਲੀ ਹੈ, ਇਹ ਆਪਾਂ ਪੜ੍ਹ ਤੇ ਸੁਣ ਰਹੇ ਹਾਂ। ਤੋ ਜਿੰਨਾ ਵੱਡਾ ਮਹਾਰਾਜ ਉਹਦੇ ਚਰਨਾਂ 'ਚ ਬੈਠਾ ਬੰਦਾ ਵੀ ਮਹਿਸੂਸ ਕਰਦਾ ਵੀ ਆਪਾਂ ਵੀ ਵੱਡੇ ਹਾਂ। ਤੋ ਇਸ ਵਾਸਤੇ ਸਾਡਾ ਮਹਾਰਾਜ ਗੁਣਾਂ ਵਾਲਾ ਹੈ। ਤੋ ਹੇ ਸੱਚੇ ਪਾਤਸ਼ਾਹ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਜਿਵੇਂ ਤੈਨੂੰ ਚੰਗਾ ਲੱਗਦਾ, ਜਿਉਂ ਭਾਵੈ ਤਿਉਂ ਰਾਖ ਹਰ ਪ੍ਰਭ ਮੇਰਿਆ। ਕੇਤੇ ਗਣੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਤ ਭੂਲੀਐ। ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਕੋਲੀਐ। ਲੋਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰਿਆ। ਇੱਥੇ ਸਾਧ ਸੰਗਤ ਜੀਓ, ਜੋ ਚੌਥੇ ਪਾਤਸ਼ਾਹ ਉਹਨਾਂ ਦੇ 4 ਸ਼ਬਦ ਨੇ, 4 ਸ਼ਬਦ 7ਵੇਂ ਘਰ ਦੇ ਵਿੱਚ ਆਏ ਨੇ ਤੇ 15 ਸ਼ਬਦ ਜਿਹੜੇ ਇਹ ਟੋਟਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਨ। 24 ਪਹਿਲੇ ਪਾਤਸ਼ਾਹ ਦੇ 9 ਸ਼ਬਦ ਤੇ ਚੌਥੇ ਪਾਤਸ਼ਾਹ ਦੇ 15 ਸ਼ਬਦ, ਕੁੱਲ ਜੋੜ 9 ਤੇ 15 24 ਬਣਿਆ ਹੈ। ਸੋ ਅੱਗੇ ਹੁਣ 5ਵੇਂ ਪਾਤਸ਼ਾਹ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਮੇਰੇ ਖਿਆਲ ਮੁਤਾਬਕ ਇੰਨੀ ਕੁ ਕਥਾ ਬਹੁਤ ਹੈ ਅੱਜ, ਕਿਉਂਕਿ ਬਾਣੀ ਦਾ ਪ੍ਰਕਰਨ ਵੀ ਸਮਾਪਤ ਹੋ ਗਿਆ। ਤੇ ਇਸ ਲਈ ਮਹਾਰਾਜ ਦੇ ਚਰਨਾਂ 'ਚ ਆਪਾਂ ਅਰਦਾਸ ਕਰੀਏ ਵੀ ਹੇ ਵਾਹਿਗੁਰੂ, ਇਹ ਸੱਚੇ ਪਾਤਸ਼ਾਹ, ਜਿਨ੍ਹਾਂ ਤੋਂ ਉਪਦੇਸ਼ ਬਖਸ਼ਿਆ ਹੈ, ਇਹਨਾਂ ਸਾਡੇ ਹਿਰਦੇ 'ਚ ਵਸਾ ਦੇ, ਜਿਸ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪੁਰਬ ਆਪੇ ਮੇਲੇ ਦੀ ਦਾਤ ਅਸੀਂ ਤੇਰੇ ਚਰਨਾਂ ਵਿੱਚੋਂ ਪ੍ਰਾਪਤ ਕਰ ਸਕੀਏ ਜੀ। ਅਸੀਂ ਆਪ ਦੀ ਸ਼ਰਨ ਵਿੱਚ ਪਏ ਹਾਂ, ਭੁੱਲ ਚੁੱਕ ਮਾਫ ਕਰੋ, ਅੱਗੇ ਤੋਂ ਸਮਤ ਬਖਸ਼ੋ। ਹਰ ਕੀ ਵਡਿਆਈ ਹੋ ਆਖ ਨ ਸਕਾ, ਹਉ ਮੂਰਖ ਮੁਗਧ ਨੀਚਾਣ। ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ। ਸਰਣਾਗਤ ਭਇਆ ਅਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸਭ ਕਾ ਵਡਿਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਿਨ ਵਸਾ